ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਸੰਧਿਆ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਤਿਗੁਰ ਦੀ ਪਾਵਨ ਬਾਣੀ ਦਾ ਕੁਝ ਇੱਕ ਸ਼ਬਦ ਔਰ ਅੱਜ ਇੱਕ ਮਹਾਨ ਸ਼ਖਸੀਅਤ ਦਾ ਜਨਮ ਦਿਨ ਵੀ ਹੈ। ਸ਼ਾਇਦ ਸਾਡੀ ਕੌਮ ਨੂੰ ਬਹੁਤਾ ਨਾ ਗਿਆਤ ਹੋਵੇ। ਅੱਜ ਉਸ ਮਹਾਨ ਯੋਧੇ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਕੂਲ ਤਾਂ ਨਹੀਂ ਵੇਖਿਆ, ਸਕੂਲ ਦੇ ਵਿੱਚ ਤਾਂ ਨਹੀਂ ਪੜ੍ਹੇ, ਪਰ ਉਹ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਹੋਏ ਨੇ ਔਰ ਉਹਨਾਂ ਦੇ ਨਾਮ ਨਾਲ ਖਾਲਸਾ ਕਾਲਜ ਜਿਹੜਾ ਅੱਜ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਹੈ ਉਹ ਉਹਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ੁਰੂਆਤੀ ਜਦੋਂ ਖਾਲਸਾ ਕਾਲਜ ਦੀ ਹੋਈ ਹੈ ਉਦੋਂ ਇਹ ਸ਼ਖਸੀਅਤ ਦੇ ਨਾਲ ਇੱਕ ਹੋਰ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਦੋਨਾਂ ਨੇ ਰਲ ਕੇ ਉਸ ਖਾਲਸਾ ਕਾਲਜ ਨੂੰ ਪੈਦਾ ਕੀਤਾ ਅਤੇ ਖੜਿਆ ਕੀਤਾ। ਔਰ ਇਹ ਸ਼ਖਸੀਅਤ ਜਿਸ ਦਾ ਮੈਂ ਅੱਜ ਜ਼ਿਕਰ ਕਰਨ ਲੱਗਾ ਹਾਂ, ਇਹ ਸ਼ਖਸੀਅਤ ਨੂੰ ਸੰਸਾਰ ਦੇ ਲੋਕ ਨੀਵੀਂ ਜਾਤੀ ਵਾਲਾ ਮੰਨਦੇ ਰਹੇ ਨੇ। ਪਛੜੀ ਹੋਈ ਨੀਵੀਂ ਜਾਤੀ ਦੇ ਵਿੱਚ ਇਹ ਜਨਮ ਹੋਇਆ ਸੀ ਇਹਨਾਂ ਦਾ ਔਰ ਪਛੜੀ ਜਾਤੀ ਹੋਣ ਕਰਕੇ ਲੋਕਾਂ ਦੇ ਵਿੱਚ ਕੋਈ ਬਹੁਤਾ ਪ੍ਰਭਾਵ ਨਾ ਉਦੋਂ ਬਣ ਸਕਿਆ। ਉਹ ਮਹਾਨ ਸ਼ਖਸੀਅਤ ਹੈ ਗਿਆਨੀ ਦਿੱਤ ਸਿੰਘ ਜੀ। ਸ਼ਾਇਦ ਸੁਣਿਆ ਹੋਵੇ ਕਦੇ। ਗਿਆਨੀ ਦਿੱਤ ਸਿੰਘ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਕਹਿੰਦੇ ਕਹਾਉਂਦੇ ਵੱਡੇ ਪੁਜਾਰੀਆਂ ਨੂੰ ਅਤੇ ਪੂਰੇ ਭਾਰਤ ਵਰਸ਼ ਦੇ ਵਿੱਚ ਆਰੀਆ ਸਮਾਜ ਦਾ ਇੱਕ ਬਹੁਤ ਉੱਚ ਕੋਟੀ ਦਾ ਪ੍ਰਚਾਰਕ ਹੋਇਆ ਸੀ ਦਇਆਨੰਦ, ਜਿਨ੍ਹਾਂ ਨੂੰ ਤੁਸੀਂ ਸ਼ਾਇਦ ਕਦੇ ਸੁਣਿਆ ਹੋਵੇ ਕਿ ਲੁਧਿਆਣੇ DMC ਜਿਹੜਾ ਬਣਿਆ ਹੈ ਨਾ, ਦਇਆਨੰਦ ਮੈਡੀਕਲ ਕਾਲਜ, ਉਹ ਦਇਆਨੰਦ ਉਹਨਾਂ ਦੇ ਨਾਮ ਤੇ ਬਣਿਆ ਹੋਇਆ। ਪਰ ਅਫਸੋਸ ਇਸ ਗੱਲ ਦਾ ਹੈ ਦਇਆਨੰਦ ਦੇ ਨਾਮ ਤੇ ਹਸਪਤਾਲ ਖੜਾ ਹੋ ਗਿਆ, ਦਇਆਨੰਦ ਦੇ ਨਾਮ ਤੇ ਕਾਲਜ ਖੜਾ ਹੋ ਗਿਆ, ਦਇਆਨੰਦ ਦੇ ਨਾਮ ਤੇ ਭਾਰਤ ਦੀ ਧਰਤੀ ਦੇ ਉੱਪਰ ਕਈ ਅਦਾਰੇ ਖੜੇ ਹੋਏ ਪਏ ਨੇ, ਪਰ ਗਿਆਨੀ ਦਿੱਤ ਸਿੰਘ ਦੇ ਨਾਮ ਤੇ ਇੱਕ ਵੀ ਅਦਾਰਾ ਖੜਾ ਨਹੀਂ ਹੋਇਆ। ਹੁਣ ਮੈਂ ਗਿਆਨੀ ਦਿੱਤ ਸਿੰਘ ਦਾ ਅਤੇ ਦਇਆਨੰਦ ਦੇ ਨਾਲ ਦੋਨੇ ਨਾਮ ਕਿਉਂ ਲਏ? ਹੁਣ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਹਿ ਲਓ ਕਿ ਇਤਿਹਾਸ ਸੀ, ਪਰ ਆਪਾਂ ਥੋੜੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਅੱਗੇ ਵਧਣ ਦਾ ਯਤਨ ਕਰਾਂਗੇ। ਗਿਆਨੀ ਦਿੱਤ ਸਿੰਘ ਜਿਨ੍ਹਾਂ ਦਾ ਬਚਪਨ ਦਾ ਨਾਮ ਦਿੱਤਾ ਰਾਮ ਸੀ, ਬਚਪਨ ਦਾ ਨਾਮ ਦਿੱਤਾ ਰਾਮ। ਜਨਮ ਹੋਇਆ ਇਹਨਾਂ ਦਾ 21 ਅਪ੍ਰੈਲ 1850 ਵਿੱਚ ਔਰ ਕੁੱਲ ਉਮਰ ਇਹਨਾਂ ਦੀ 52 ਸਾਲ ਸੀ। 1901 ਦੇ ਵਿੱਚ ਸਤੰਬਰ ਮਹੀਨਾ 6 ਤਰੀਕ ਨੂੰ ਇਹਨਾਂ ਦੀ ਡੈਥ ਹੋ ਜਾਂਦੀ ਹੈ। 1850 ਤੋਂ ਲੈ ਕੇ 1901 ਤੱਕ ਤਕਰੀਬਨ 52 ਸਾਲ ਬਣਦੇ, 51 ਸਾਲ, 50 ਸਾਲ ਇੱਕ ਸਾਲ 51 ਸਾਲ। ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਇਹ ਕਾਲਜ ਸਕੂਲ ਦੇ ਵਿੱਚ ਤਾਂ ਨਹੀਂ ਗਏ, ਕਾਲਜ ਜਾਣਾ ਤਾਂ ਬੜੀ ਦੂਰ ਦੀ ਗੱਲ, ਸਕੂਲ ਵੀ ਨਹੀਂ ਗਏ। ਹਾਲਾਤ ਇਦਾਂ ਦੇ ਸਨ ਕਿਉਂਕਿ ਉਹ ਨੀਵੀਂ ਜਾਤੀ ਦੇ ਵਿੱਚ ਮੰਨੇ ਜਾਂਦੇ ਸਨ। ਨੀਵੀਂ ਜਾਤੀ ਕਿਹੜੀ? ਜਿਨ੍ਹਾਂ ਨੂੰ ਲੋਕੀ ਰਵਦਾਸੀਆ ਕਹਿੰਦੇ ਨੇ, ਜਿਨ੍ਹਾਂ ਨੂੰ ਲੋਕੀ ਚਮਾਰ ਕਹਿੰਦੇ ਨੇ। ਇਹ ਉਸ ਜਾਤ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਗਿਆਨੀ ਦਿੱਤ ਸਿੰਘ ਦਾ। ਪਰ ਇਹ ਗਿਆਨੀ ਸ਼ੁਰੂ ਦੇ ਵਿੱਚ ਨਹੀਂ ਸਨ, ਬਚਪਨ ਦਾ ਨਾਮ ਦਿੱਤਾ ਰਾਮ ਹੈ। ਇਹਨਾਂ ਦੇ ਪਿਤਾ ਜੀ ਜਿਹੜੇ ਕਿ ਗੁਲਾਬ ਦਾਸ ਦੇ ਡੇਰੇ ਦੇ ਉਹ ਚੰਗੇ ਪੈਰੋਕਾਰ ਸਨ।
ਉਹਨਾਂ ਦੇ ਨਾਲ ਰਹਿਣ ਬਸੇਰਾ ਸੀ ਇਹਨਾਂ ਦਾ। ਸੋ ਇਸ ਕਰਕੇ ਇਹਨਾਂ ਦੇ ਪਿਤਾ ਦਾ ਨਾਮ ਬਾਬਾ ਦੀਵਾਨ ਸਿੰਘ, ਜਿਹੜੇ ਕਿ ਗੁਲਾਬ ਦਾਸੀਆਂ ਦੇ ਡੇਰੇ ਦੇ ਨਾਲ ਸੰਬੰਧ ਰੱਖਣ ਵਾਲੇ ਸੀ। ਗੁਲਾਬ ਦਾਸੀਏ ਇੱਕ ਉਹਨਾਂ ਦੀ ਇੱਕ ਅਲੱਗ ਸ਼ਾਖਾ ਚੱਲਦੀ ਹੈ ਮਹੰਤਾਂ ਦੀ, ਜਿਵੇਂ ਹੋ ਗਈ ਗੁਲਾਬ ਦਾਸੀਆਂ ਦੀ, ਇੱਦਾਂ ਹੋ ਗਈ ਨਿਰਮਲਿਆਂ ਦੀ, ਹੋ ਗਈ ਉਦਾਸੀਆਂ ਦੀ, ਹੋ ਗਈ ਸ਼੍ਰੀ ਚੰਦੀਆਂ ਦੀ, ਹੋ ਗਈ। ਇਹ ਉਹਨਾਂ ਕੈਟਾਗਰੀਆਂ ਦੇ ਵਿੱਚ ਇੱਕ ਗੁਲਾਬ ਦਾਸੀਏ ਵੀ ਨੇ। ਔਰ ਦਿੱਤਾ ਰਾਮ ਦੇ ਪਿਤਾ ਜੀ ਜਿਹੜੇ ਨੇ ਉਹ ਗੁਲਾਬ ਦਾਸੀਆਂ ਦੇ ਵੀ ਚੇਲੇ ਨੇ। ਹੁਣ ਉਹਨਾਂ ਦਾ ਚੰਗਾ ਸੰਪਰਕ ਸੀ ਗੁਲਾਬ ਦਾਸੀਆਂ ਨਾਲ। ਇਹਨਾਂ ਨੇ ਸੋਚਿਆ ਕਿ ਬਾਬਾ ਦੀਵਾਨ ਸਿੰਘ ਨੇ ਕਿ ਮੈਂ ਆਪਣੇ ਬੇਟੇ ਨੂੰ ਛੋਟੀ ਉਮਰ ਦੇ ਵਿੱਚ ਹੀ ਕਿਉਂ ਨਾ ਮੈਂ ਗੁਲਾਬ ਦਾਸੀਆਂ ਦੇ ਡੇਰੇ ਭੇਜ ਦੇਵਾਂ, ਕਿਉਂਕਿ ਜਿਹੜੇ ਇਹ ਬਾਬਾ ਦੀਵਾਨ ਸਿੰਘ ਨੇ, ਜਿਹੜੇ ਦਿੱਤਾ ਰਾਮ ਦੇ ਪਿਤਾ ਜੀ, ਇਹ ਖੁਦ ਚੰਗੇ ਫਿਲਾਸਫਰ ਵੀ ਰਹੇ ਨੇ, ਚੰਗੇ ਵਿਦਵਾਨ ਰਹੇ ਨੇ। ਔਰ ਘਰ ਦੇ ਵਿੱਚ ਪੜ੍ਹਾਈ ਵਾਲਾ ਮਾਹੌਲ ਹੈ, ਘਰ ਦੇ ਵਿੱਚ ਐਜੂਕੇਸ਼ਨ ਦਾ ਮਾਹੌਲ ਘਰ ਦੇ ਵਿੱਚ ਹੀ ਬਣਿਆ ਹੋਇਆ। ਉਹ ਘਰ ਦੇ ਵਿੱਚੋਂ ਸਿੱਖਣਾ ਪੜ੍ਹਨਾ, ਆਪਣੇ ਪਿਤਾ ਦੇ ਨਾਲ ਗੱਲਬਾਤ ਕਰਦਿਆਂ ਛੋਟੀ ਉਮਰ ਦੇ ਵਿੱਚ 2-3 ਸਾਲ ਤੋਂ ਇਹਨਾਂ ਦੀ ਬਹਿਸ ਸ਼ੁਰੂ ਹੋ ਗਈ। ਛੋਟੀ ਉਮਰ ਦੇ ਵਿੱਚ ਇਹਨਾਂ ਦੀ ਜਿਹੜੀ ਸ਼ਖਸੀਅਤ ਹੈ, ਇਹਨਾਂ ਦੀ ਜਿਹੜਾ ਮਾਈਂਡ ਹੈ, ਇੰਨਾ ਜ਼ਿਆਦਾ ਸ਼ਾਰ ਸੀ ਛੋਟੀ ਉਮਰ ਤੋਂ ਹੀ। ਉਹ ਨਿੱਕੀ ਜੀ ਗੱਲ ਜਿਹੜੀ ਵੀ ਕੋਈ ਪਕੜਦੇ ਨੇ ਉਹਨੂੰ ਯਾਦ ਕਰ ਲੈਂਦੇ ਨੇ, ਔਰ ਵੱਡੇ ਤੋਂ ਵੱਡੇ ਜਿਹੜੀ ਵੀ ਕੋਈ ਗੱਲ ਇਹਨਾਂ ਦੇ ਸਾਹਮਣੇ ਹੁੰਦੀ ਰਹੀ ਹੈ ਉਹ ਸਾਰੀ ਇੱਕ ਵਾਰ ਸੁਣਨ ਤੋਂ ਬਾਅਦ ਇਹਨਾਂ ਦੇ ਦਿਮਾਗ 'ਚੋਂ ਕਦੇ ਵੀ ਉਹ ਸਕਿਪ ਨਹੀਂ ਸੀ ਕਰਦੀ, ਕਦੇ ਵੀ ਉਹ ਭੁੱਲਦੇ ਨਹੀਂ ਸਨ। ਇੰਨਾ ਤੇਜ਼ ਦਿਮਾਗ ਸੀ ਇਹਨਾਂ ਦਾ। ਭਾਵੇਂ ਕਿ ਉਹ ਕਾਲਜ ਸਕੂਲ ਤੱਕ ਤਾਂ ਨਹੀਂ ਗਏ, ਪਰ ਘਰ ਦੇ ਵਿੱਚ ਇਹਨਾਂ ਦੇ ਪਿਤਾ ਦੇ ਕੋਲ ਰਹਿਣਾ, ਉਹਨਾਂ ਦੇ ਕੋਲੋਂ ਸਿੱਖਣਾ ਪੜ੍ਹਨਾ, ਮਾਹੌਲ ਇਦਾਂ ਦਾ ਘਰ ਦੇ ਵਿੱਚ ਕਿ ਉਹ ਘਰ ਦੇ ਵਿੱਚ ਆਪਣੇ ਪਿਤਾ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦੇ ਸਨ, ਗੱਲਾਂ ਬਾਤਾਂ ਉਦਾਂ ਦੀਆਂ। ਹੌਲੀ ਹੌਲੀ ਇਹਨਾਂ ਦੇ ਪਿਤਾ ਨੇ ਸੋਚਿਆ ਕਿ ਇਹ ਗੱਲਬਾਤ ਕਰਨ ਦੇ ਵਿੱਚ ਬੜਾ ਤੇਜ਼ ਹੈ, ਤਰਾਰ ਹੈ, ਪਰ ਬਿਲਕੁਲ ਸ਼ਾਰ ਮਾਈਂਡ ਹੈ, ਕਿਉਂ ਨਾ ਮੈਂ ਇਹਨਾਂ ਨੂੰ ਗੁਲਾਬ ਦਾਸੀਆਂ ਦੇ ਡੇਰੇ ਭੇਜ ਦੇਵਾਂ। ਗੁਲਾਬ ਦਾਸੀਆਂ ਦੇ ਡੇਰੇ ਪਹੁੰਚ ਗਿਆ, ਮਹੰਤਾਂ ਦੇ ਕੋਲ ਉੱਥੇ ਰਿਹਾ। ਉੱਥੇ ਸਾਧੂਆਂ ਸੰਤਾਂ ਦੀ ਇਹਨੇ ਸੰਗਤ ਕੀਤੀ, ਸੰਸਕ੍ਰਿਤ ਦੀ ਵਿੱਦਿਆ ਲਈ, ਹੋਰ ਇਹਨੇ ਜਿਹੜੇ ਧਾਰਮਿਕ ਗ੍ਰੰਥ ਪੜ੍ਹੇ, ਕਿਉਂਕਿ ਦਿਮਾਗ ਤੇਜ਼ ਹੈ। ਗੱਲ ਜਿਹੜੀ ਵੀ ਸੁਣਦੇ ਨੇ ਕੈਚ ਉਸੇ ਵੇਲੇ ਕਰ ਲੈਂਦੇ ਨੇ, ਪਕੜ ਲੈਂਦੇ ਨੇ ਗੱਲ ਨੂੰ। ਇਹਨਾਂ ਨੇ ਛੋਟੀ ਉਮਰ ਤੱਕ ਜਾਂਦੇ 9-10 ਸਾਲ ਦੀ ਉਮਰ ਤੱਕ ਪਹੁੰਚਦਿਆਂ 5 ਗ੍ਰੰਥੀ ਯਾਦ ਕਰ ਲਈ, ਗੁਰਬਾਣੀ ਦੇ ਜਿਹੜੇ ਮਹਿੰਗੀਆਂ ਬਾਣੀਆਂ ਨੇ ਉਹ ਯਾਦ ਕਰ ਲਈਆਂ। ਹੋਰ ਗ੍ਰੰਥਾਂ ਦਾ ਅਧਿਐਨ ਇਹਨੇ ਛੋਟੀ ਉਮਰ ਤੋਂ ਕਰਨਾ ਸ਼ੁਰੂ ਕਰ ਦਿੱਤਾ। ਕੱਲਾ ਬਾਣੀ ਪੜ੍ਹਨੀ ਹੀ ਨਹੀਂ, ਕੱਲੇ 10 ਗ੍ਰੰਥੀ 5 ਗ੍ਰੰਥੀਆਂ ਨੂੰ ਨਹੀਂ ਪੜ੍ਹਿਆ ਇਹਨਾਂ ਨੇ, ਅਸਲ ਵਿੱਚ ਇਹਨਾਂ ਨੇ ਨਾਲ ਨਾਲ ਉਹਨਾਂ ਦੇ ਅਰਥ ਬੋਧ ਨੂੰ ਵੀ ਸਮਝ ਲਿਆ ਛੋਟੀ ਉਮਰ ਤੋਂ ਹੀ। ਹੌਲੀ ਹੌਲੀ ਜਦੋਂ ਉਹਨਾਂ ਦੇ ਕੋਲ ਕੁਝ ਸਮਾਂ ਲਾਇਆ ਨਾ ਇਹਨਾਂ ਨੇ ਗੁਲਾਬ ਦਾਸੀਆਂ ਦੇ ਡੇਰੇ ਦੇ ਵਿੱਚ, ਇਹਨਾਂ ਨੂੰ ਖੁਦ ਇੱਕ ਗੱਲ ਮਹਿਸੂਸ ਹੋਈ ਕਿ ਮੈਂ ਇਹਨਾਂ ਦੇ ਕੋਲ ਜੇਕਰ ਹੋਰ ਸਮਾਂ ਲਾਇਆ ਨਾ ਤੇ ਮੈਂ ਬਹੁਤਾ ਲੰਬਾ ਸਮਾਂ ਅੱਗੇ ਇਸ ਜਗ੍ਹਾ ਦੇ ਵਿੱਚ ਚੱਲ ਨਹੀਂ ਸਕਦਾ, ਕਿਉਂਕਿ ਮਨੁੱਖ ਦੀ ਇੱਕ ਫਿਤਰਤ ਇਹ ਹੈ ਕਿ ਉਹ ਕੁਝ ਸਿੱਖਦਾ ਹੈ ਨਵਾਂ, ਕੁਝ ਪੜ੍ਹਨਾ ਚਾਹੁੰਦਾ ਹੈ ਨਵਾਂ, ਕੁਝ ਸਿੱਖਣਾ ਚਾਹੁੰਦਾ ਹੈ ਨਵਾਂ, ਕੁਝ ਲੈਣਾ ਚਾਹੁੰਦਾ ਹੈ। ਉਹਨਾਂ ਕਰਕੇ ਹੋਇਆ ਕਿ ਇਹ ਦਿੱਤਾ ਰਾਮ ਜਿਹੜੇ ਛੋਟੀ ਉਮਰ ਦੇ ਵਿੱਚ ਕੁਝ ਸਿੱਖਣ ਦੀ ਇਹਨਾਂ ਦੇ ਕੋਲ ਇੱਛਾ ਸੀ, ਗੁਲਾਬ ਦਾਸੀਆਂ ਦੇ ਡੇਰੇ ਕੋਲ ਗਏ। ਫਿਰ ਇਹ ਆਰੀਆ ਸਮਾਜੀਆਂ ਨਾਲ ਇਹਨਾਂ ਨੇ ਗੱਠ ਜੋੜ ਕੀਤਾ। ਦਿੱਤਾ ਰਾਮ ਆਰੀਆ ਸਮਾਜੀਆਂ ਕੋਲ ਗਏ, ਕਿਉਂਕਿ ਤੇਜ਼ ਤਰਾਰ ਨੇ, ਗੱਲਬਾਤ ਕਰਨ ਦੇ ਵਿੱਚ ਬੜੇ ਮੋਹਰੀ ਨੇ, ਤੇਜ਼ ਤਰਾਰ ਨੇ, ਔਰ ਇਹਨਾਂ ਦੀ ਜਿਹੜੀ ਬੋਲਣ ਸ਼ੈਲੀ, ਢੰਗ ਤਰੀਕਾ ਬੜਾ ਬਾਕਮਾਲ ਰਿਹਾ ਇਹਨਾਂ ਦਾ ਸ਼ੁਰੂ ਤੋਂ ਹੀ। ਫਿਰ ਇਹਨਾਂ ਨੇ ਕੁਝ ਸਮਾਂ ਆਰੀਆ ਸਮਾਜੀਆਂ ਨਾਲ ਲਾਇਆ। ਇਹਨਾਂ ਨੇ ਆਰੀਆ ਸਮਾਜੀਆਂ ਕੋਲੋਂ ਵੀ ਇਹਨਾਂ ਨੇ ਕੁਝ ਸਿੱਖਿਆ, ਕੁਝ ਧਾਰਮਿਕ ਗ੍ਰੰਥਾਂ ਦੇ ਅਧਿਐਨ ਕੀਤਾ। ਫਿਰ ਹੌਲੀ ਹੌਲੀ ਇਹਨਾਂ ਦੇ ਵਿੱਚ ਵਿਚਰਦਿਆਂ ਹੋਇਆਂ ਦਿੱਤਾ ਰਾਮ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇਕਰ ਲੰਬਾ ਸਮਾਂ ਜੇਕਰ ਮੈਂ ਆਰੀਆ ਸਮਾਜੀਆਂ ਨਾਲ ਰਿਹਾ ਨਾ ਤਾਂ ਇਹ ਨਾ ਤਾਂ ਮੈਨੂੰ ਅੱਗੇ ਲੰਘਣ ਦੇਣਗੇ, ਨਾ ਹੀ ਮੈਨੂੰ ਕੁਝ ਅੱਗੇ ਨਵਾਂ ਸਿੱਖਣ ਦੇਣਗੇ। ਹਾਂ, ਮੈਨੂੰ ਇਹ ਆਪਣੇ ਢੰਗ ਨਾਲ ਵਰਤ ਜ਼ਰੂਰ ਲੈਣਗੇ। ਹੋਇਆ ਕਿ ਇਹ ਕਈ ਜਗ੍ਹਾ ਤੇ ਜਾਂਦੇ ਤਾਂ ਰਹੇ ਪ੍ਰਚਾਰ ਦੌਰਿਆਂ ਤੇ, ਉਹਨਾਂ ਦੇ ਪ੍ਰਚਾਰਕ ਬਣ ਕੇ ਆ ਰਹੀਆਂ ਸਮਾਜੀਆਂ ਦੇ। ਹੋਇਆ ਕਿ ਇੱਕ ਦਿਨ ਪ੍ਰਚਾਰ ਦੌਰਿਆਂ ਤੇ ਜਾਂਦੇ ਜਾਂਦੇ ਇੱਕ ਦਿਨ ਇਹਨਾਂ ਦਾ ਮੇਲ ਹੋਇਆ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਨਾਲ। ਉਹਨਾਂ ਦੇ ਕੋਲ ਬੈਠੇ, ਗੱਲਬਾਤ ਕੀਤੀ। ਲਾਹੌਰ ਦੇ ਵਿੱਚ ਇੱਕ ਕਾਲਜ ਸੀ, ਓਰੀਐਂਟਲ ਕਾਲਜ, ਉੱਥੇ ਇਹਨਾਂ ਦੇ ਨਾਲ ਸੰਪਰਕ ਹੋਇਆ ਦਿੱਤਾ ਰਾਮ ਦਾ ਪ੍ਰੋਫੈਸਰ ਗੁਰਮੁਖ ਸਿੰਘ ਨਾਲ। ਉੱਥੇ ਕਿਉਂਕਿ ਸ਼ੁਰੂਆਤ ਦੇ ਵਿੱਚ ਲੈਕਚਰ ਕਰਨੇ, ਗੱਲਬਾਤ ਕਰਨੀ, ਸੰਗਤ ਨੂੰ ਸੰਬੋਧਨ ਕਰਨਾ, ਛੋਟੀ ਉਮਰ ਤੋਂ ਇਹਨਾਂ ਦੇ ਉਹ ਕਾਬਲੀਅਤ ਹਾਸਲ ਕਰ ਚੁੱਕੇ ਸੀ। ਉਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਛੋਟੀ ਉਮਰ ਦੇ ਵਿੱਚ ਬੜੀ ਤੇਜ਼ ਬੁੱਧੀ ਦਾ ਮਾਲਕ ਹੈ ਔਰ ਆਲੇ ਦੁਆਲੇ ਲੋਕਾਂ ਦੇ ਵਿੱਚ ਬੜਾ ਇਹਦਾ ਪ੍ਰਭਾਵ ਬਣ ਗਿਆ, ਛੋਟੀ ਉਮਰ ਦੇ ਵਿੱਚ
ਵੱਡੇ ਵੱਡੇ ਕਹਿੰਦੇ ਕਹਾਉਂਦੇ ਪ੍ਰਚਾਰਕਾਂ ਦੇ ਨਾਲ ਇਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ ਉਦੋਂ। ਔਰ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੇ 3 ਵਾਰ ਸਵਾਮੀ ਦਇਆਨੰਦ ਦੇ ਨਾਲ ਵਿਚਾਰ ਕੀਤੀ ਸੀ, 3 ਵਾਰ। ਕਿਉਂਕਿ ਇਹਨਾਂ ਦੀ ਜਿਹੜੀ ਬਹਿਸ ਸੀ ਨਾ, ਇਹਨਾਂ ਦੀ ਬਹਿਸ ਕੁਝ ਨਿਵੇਕਲੇ ਢੰਗ ਦੀ ਸੀ, ਇਹਨਾਂ ਦੀ ਵਰਡਿੰਗ ਬਾਕੀਆਂ ਨੂੰ ਖਿੱਚ ਲੈਣ ਵਾਲੀ ਸੀ। ਔਰ ਵੱਡੇ ਵੱਡੇ ਜਿਹੜੇ ਉਮਰਾਂ ਵਾਲੇ ਲੋਕ ਨੇ ਉਹ ਖੁਦ ਦਿੱਤਾ ਰਾਮ ਨੂੰ ਸੁਣਨ ਵਾਸਤੇ, ਉਹਨਾਂ ਦੀ ਬਹਿਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹਨਾਂ ਨੂੰ ਮਿਲਣ ਆਉਂਦੇ ਰਹੇ ਨੇ, ਗੱਲਬਾਤ ਸੁਣਨੀ ਇਹਨਾਂ ਦੀ। ਕਿਉਂਕਿ ਲੋਕਾਂ ਦੇ ਵਿੱਚ ਇੱਕ ਖਿੱਚ ਬਣ ਗਈ ਕਿ ਜਿੱਥੇ ਦਿੱਤਾ ਰਾਮ ਗਿਆ ਉੱਥੇ ਬਹਿਸ ਜ਼ਰੂਰ ਹੋਊਗੀ, ਔਰ ਇਹਨਾਂ ਦੀ ਬਹਿਸ ਦੇ ਵਿੱਚੋਂ ਕੁਝ ਨਾ ਕੁਝ ਨਹੀਂ, ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਬਹੁਤ ਕੁਝ। ਕਦੇ ਤੁਹਾਨੂੰ ਮੌਕਾ ਮਿਲਿਆ ਨਾ ਗਿਆਨੀ ਦਿੱਤ ਸਿੰਘ ਦੀ ਕਿਤਾਬ, ਗਿਆਨੀ ਦਿੱਤ ਸਿੰਘ ਤੇ ਸਵਾਮੀ ਦਇਆਨੰਦ ਨਾਲ ਮੇਰਾ ਸੰਵਾਦ, 2 ਕਿਤਾਬਾਂ ਨੇ ਇਹਨਾਂ ਦੀਆਂ। ਵੈਸੇ ਤਾਂ ਇਹਨਾਂ ਨੇ 51 ਸਾਲ ਦੀ ਉਮਰ ਦੇ ਵਿੱਚ 52 ਕਿਤਾਬਾਂ ਲਿਖੀਆਂ ਨੇ, ਤੇ ਕਿਤਾਬਾਂ ਵੀ ਕੋਈ ਛੋਟੀਆਂ ਮੋਟੀਆਂ ਨਹੀਂ, ਬਹੁਤ ਮੋਟੀਆਂ ਕਿਤਾਬਾਂ, ਤੇ ਇੰਨੀਆਂ ਬਾ ਕਮਾਲ ਕਿ ਕਹਿ ਲਓ ਕਿ ਹੁਣ ਸਮਾਂ ਨਹੀਂ ਹੈਗਾ ਕਿ ਇੰਨਾ ਵਧੀਆ ਕਮਾਲ ਦੀਆਂ ਗੱਲਾਂ ਲਿਖੀਆਂ ਨੇ। ਉਸ ਵੇਲੇ 1950 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ, 1850 ਚ ਇਹਨਾਂ ਦਾ ਜਨਮ ਹੁੰਦਾ ਹੈ। ਤੇ ਉਸ ਤੋਂ ਬਾਅਦ ਉਸ ਵੇਲੇ ਦੇ ਮਾਹੌਲ ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਪਰ ਮਹੰਤਾਂ ਦਾ ਕਬਜ਼ਾ ਹੈ, ਨਿਰਮਲਿਆਂ ਦਾ ਕਬਜ਼ਾ ਹੈ, ਉਦਾਸੀਆਂ ਦਾ ਕਬਜ਼ਾ ਹੈ, ਬਿਲਕੁਲ ਦਰਬਾਰ ਸਾਹਿਬ ਇੱਕ ਹੀ ਕਬਜ਼ੇ ਦੇ ਵਿੱਚ, ਉਸ ਮਾਹੌਲ ਦੇ ਵਿੱਚ ਇਹਨਾਂ ਨੇ ਉਹ ਗਿਆਨ ਲਿਖ ਰੱਖਿਆ, ਉਹ ਕਿਤਾਬਾਂ ਕੱਢੀਆਂ। ਲੋਕਾਂ ਦੇ ਅੰਦਰ ਵਹਿਮ ਭਰਮ ਇੰਨੇ ਜਿਹੜੇ ਖੜੇ ਹੋਏ ਸਨ, ਉਹਨਾਂ ਦੇ ਉੱਪਰ ਡੰਕੇ ਦੀ ਚੋਟ ਦੇ ਉੱਪਰ ਇਹਨਾਂ ਨੇ ਉਹ ਵਿਚਾਰਾਂ ਰੱਖੀਆਂ ਨੇ। ਸੋ ਖੈਰ, ਗਿਆਨੀ ਦਿੱਤ ਸਿੰਘ ਨੇ ਜਿਹੜੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਜਦੋਂ ਇਹਨਾਂ ਦਾ ਮੇਲ ਹੋਇਆ, ਉਸ ਤੋਂ ਬਾਅਦ ਪ੍ਰੋਫੈਸਰ ਗੁਰਮੁਖ ਸਿੰਘ ਇਹਨਾਂ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੇ ਕੋਲ ਬਹੁਤ ਗਿਆਨ ਹੈ, ਬੜੀ ਨੌਲੇਜ ਰੱਖਣ ਵਾਲੇ ਨੇ। ਇਹਨਾਂ ਨੂੰ ਪਿਆਰ ਨਾਲ ਆਪਣੇ ਕੋਲ ਲਿਆ, ਗੁਰਬਾਣੀ ਦੀ ਇਹਨਾਂ ਨੂੰ ਸੋਝੀ ਬਖਸ਼ੀ, ਔਰ ਗੁਰਮਤਿ ਦੀ, ਗੁਰਬਾਣੀ ਦੀ ਹੋਰ ਨਿੱਕੇ ਨਿੱਕੇ ਜਿਹੜੇ ਨੁਕਤੇ ਨੇ, ਕਿਉਂਕਿ ਪਹਿਲਾਂ ਤਾਂ ਗੁਰਬਾਣੀ ਪੜ੍ਹੀ ਹੈ, ਪਹਿਲਾਂ ਉਹਨਾਂ ਨੇ ਆਰੀਆ ਸਮਾਜੀਆਂ ਦੇ ਢੰਗ ਨਾਲ ਪੜ੍ਹੀ, ਪਹਿਲਾਂ ਉਹਨਾਂ ਨੇ ਮਹੰਤਾਂ ਦੇ ਢੰਗ ਨਾਲ ਬਾਣੀ ਪੜ੍ਹੀ, ਹੁਣ ਉਹਨਾਂ ਨੇ ਗੁਰਮਤਿ ਦੇ ਢੰਗ ਨਾਲ ਬਾਣੀ ਪੜ੍ਹੀ। ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਇਹਨਾਂ ਦਾ ਮੇਲ ਹੋਇਆ, ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਦੇ ਸੰਪਰਕ ਦੇ ਵਿੱਚ ਆਏ ਨੇ, ਉਦੋਂ ਤੋਂ ਬਾਅਦ ਇਹਨਾਂ ਨੇ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਇਹ ਦਿੱਤ ਸਿੰਘ ਬਣੇ ਨੇ। ਪਹਿਲਾਂ ਦਿੱਤਾ ਰਾਮ ਸੀ, ਹੁਣ ਇਹ ਦਿੱਤ ਸਿੰਘ ਬਣੇ ਨੇ। ਔਰ ਉਸ ਵੇਲੇ ਪੰਜਾਬ ਦੀ ਧਰਤੀ ਦੇ ਉੱਪਰ ਪਹਿਲੇ ਇਹੋ ਜਿਹੇ ਸਟੂਡੈਂਟ ਸਨ ਇਹ ਦਿੱਤ ਸਿੰਘ, ਜਿਨ੍ਹਾਂ ਨੇ ਲਾਹੌਰ ਦੇ ਵਿੱਚੋਂ ਗਿਆਨੀ ਦੀ ਡਿਗਰੀ ਕੀਤੀ ਸੀ। ਤੇ ਉਸ ਵੇਲੇ ਗਿਆਨੀ ਦੀ ਡਿਗਰੀ ਕਰਨੀ ਤੇ ਅੱਜ ਦੇ ਗਿਆਨੀ ਦੀ ਡਿਗਰੀ ਕਰਨੀ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਸ਼ਾਇਦ ਤੁਸੀਂ ਕਦੇ ਪੜ੍ਹਿਆ ਹੋਵੇ ਗਿਆਨੀ ਦੀ, ਮੈਂ ਵੀ ਗਿਆਨੀ ਦੇ ਡਿਪਲੋਮਾ ਕੀਤਾ ਸੀ ਪਟਿਆਲਾ ਯੂਨੀਵਰਸਿਟੀ ਤੋਂ। ਬਿਲਕੁਲ ਕਹਾਣੀਆਂ ਸਿੰਪਲ ਵਿੱਚ, ਹੀਰ ਰਾਂਝਾ, ਸੱਸੀ ਪੰਨੂ ਵਾੜਿਆ ਪਿਆ ਹੈ। ਅੱਜ ਤੱਕ ਕੱਖ ਹੈ ਨਹੀਂ ਨਾ ਗਿਆਨੀ ਦੇ ਗਾਈਡਾਂ ਦੇ ਵਿੱਚ, ਉਹ ਚੀਜ਼ ਨਹੀਂ ਹੈਗੀ ਜਿਹੜੀ ਉਸ ਵੇਲੇ ਦੇ ਗਿਆਨੀ ਦੀ ਗਾਈਡ ਦੇ ਵਿੱਚ ਹੁੰਦੀ ਸੀ ਕਿ ਗੁਰਬਾਣੀ ਦੀਆਂ ਬਰੀਕੀਆਂ ਨੂੰ ਸਮਝਣਾ, ਇਤਿਹਾਸ ਦੀਆਂ ਬਰੀਕੀਆਂ ਨੂੰ ਸਮਝਣਾ, ਇਹੋ ਜੀ ਡੂੰਘਾਈ ਤੱਕ ਚਲੇ ਜਾਣਾ ਕਿ ਜਿੱਥੋਂ ਤੱਕ ਬੰਦਾ ਸੋਚ ਵੀ ਨਹੀਂ ਸੀ ਸਕਦਾ। ਔਰ ਚੰਗੇ ਚੰਗੇ ਗੁਰਮੁਖ ਸਿੰਘ ਵਰਗੇ, ਭਾਈ ਕਾਹਨ ਸਿੰਘ ਨਾਭਾ ਵਰਗੇ ਔਰ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਜਿਹੜੇ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਉਹ ਸਾਰੇ ਉਹ ਤਿਆਰ ਹੋਣੇ। ਔਰ ਜਦੋਂ ਤਿਆਰ ਹੋਈ ਸੀ ਉਹ ਗਿਆਨੀ ਦੀ ਗਾਈਡ, ਪਹਿਲੇ ਗਿਆਨੀ ਦਾ ਡਿਪਲੋਮਾ ਗਿਆਨੀ ਦਿੱਤ ਸਿੰਘ ਨੇ ਕੀਤਾ ਸੀ, ਤਾਂ ਇਹਨਾਂ ਨੂੰ ਗਿਆਨੀ ਦਿੱਤ ਸਿੰਘ ਕਿਹਾ ਜਾਂਦਾ ਰਿਹਾ। ਔਰ ਇਹਨਾਂ ਨੇ ਹੀ ਦਇਆਨੰਦ ਦੇ ਨਾਲ ਜਿਹੜੀ 3 ਵਾਰ ਬਹਿਸ ਕੀਤੀ ਹੈ ਨਾ, ਬੜੀ ਬਾਕਮਾਲ ਬਹਿਸ ਹੋਈ ਇਹਨਾਂ ਦੀ, ਬੜੇ ਕਮਾਲ ਦੇ ਵਿਸ਼ੇ ਦੇ ਉੱਪਰ ਹੋਈ ਹੈ। ਕਦੇ ਮੌਕਾ ਮਿਲਿਆ ਨਾ, ਮੈਂ ਇੱਕ ਬੇਨਤੀ ਦੇ ਰੂਪ ਦੇ ਵਿੱਚ ਆਪ ਜੀ ਨੂੰ ਕਹਿਣ ਲੱਗਾ ਹਾਂ ਕਿ ਜਿੱਥੇ ਮਿਲੀ ਨਾ ਕਿਤਾਬ ਕਿਤੇ ਤੁਹਾਨੂੰ, ਗਿਆਨੀ ਦਿੱਤ ਸਿੰਘ ਤੇ ਸਵਾਮੀ ਦਇਆਨੰਦ ਨਾਲ ਮੇਰਾ ਸੰਵਾਦ, ਉਹ ਕਿਤਾਬ ਹੈ, ਸਿੱਖ ਮਿਸ਼ਨਰੀ ਕਾਲਜ ਦੀ ਛਪੀ ਹੋਈ ਕਿਤਾਬ ਹੈ। PDF ਫਾਈਲ ਵੀ ਨੈਟ ਤੋਂ ਆਪਾਂ ਡਾਊਨਲੋਡ ਹੋ ਸਕਦੀ ਹੈ ਜੇ ਤੁਸੀਂ ਕਰਨੀ ਚਾਹੋ, ਹੈਗੀ ਮੇਰੇ ਕੋਲ। ਖੈਰ, ਜਦੋਂ ਤੁਸੀਂ ਉਹ ਪੜ੍ਹੋਗੇ ਕਿਤੇ ਤੁਹਾਨੂੰ ਪਤਾ ਲੱਗੇਗਾ ਨਾ ਕਿ ਕਿਹੜੇ ਪ੍ਰਮਾਤਮਾ ਦੇ ਵਿਸ਼ੇ ਦੇ ਵਿਚਾਰਾਂ ਹੋਈਆਂ, ਬੜੀਆਂ ਕਮਾਲ ਦੀ, ਕਹਿਣ ਤੋਂ ਪਰੇ, ਲਫ਼ਜ਼ ਉਹਨਾਂ ਦੇ ਪਰੇ ਹੈ। ਖੈਰ ਆਓ, ਗਿਆਨੀ ਦਿੱਤ ਸਿੰਘ ਜਦੋਂ ਇਹਨਾਂ ਦੇ ਸੰਪਰਕ ਦੇ ਵਿੱਚ ਆਏ ਪ੍ਰੋਫੈਸਰ ਗੁਰਮੁਖ ਸਿੰਘ ਦੇ, ਔਰ ਪ੍ਰੋਫੈਸਰ ਗੁਰਮੁਖ ਸਿੰਘ ਜਿਨ੍ਹਾਂ ਨੇ, ਇਹਨਾਂ ਦੋਨਾਂ ਨੇ ਰਲ ਕੇ ਖਾਲਸਾ ਕਾਲਜ ਦੀ ਨੀਂਹ ਜਦੋਂ ਆਰੰਭ ਕਰਨੀ ਸੀ, ਪਹਿਲਾਂ ਤਾਂ ਲਾਹੌਰ ਦੇ ਵਿੱਚ ਇੱਕ ਕਾਲਜ ਬਣਨ ਦੀਆਂ ਗੱਲਾਂ ਕੀਤੀਆਂ ਗਈਆਂ, ਔਰ ਕਿਸੇ ਇੱਕ ਸੱਜਣ ਨੇ ਕਿਹਾ ਕਿ ਮੈਂ ਤੁਹਾਨੂੰ ਡੋਨੇਸ਼ਨ ਤਾਂ ਦੇ ਦਿੰਦਾ ਹੈ, ਪਰ ਉਹ ਕਾਲਜ ਦਾ ਨਾਮ ਮੇਰੇ ਨਾਮ ਤੇ ਰੱਖਿਆ ਜਾਊਗਾ। ਇਹਨਾਂ ਦੋਨਾਂ ਨੇ ਸੋਚਿਆ ਕਿ ਇਹ ਕਾਲਜ ਤਾਂ ਆਪਾਂ ਖਾਲਸਾ ਕਾਲਜ ਦੇ ਨਾਮ ਤੇ ਰੱਖਣਾ ਹੈ,
ਕਿਸੇ ਪਰਸਨਲ ਬੰਦੇ ਦੇ ਨਾਮ ਤੇ ਉਹ ਕਾਲਜ ਨਹੀਂ ਬਣਨਾ ਚਾਹੀਦਾ ਤੇ ਖਾਲਸਾ ਕਾਲਜ ਬਣਨਾ ਚਾਹੀਦਾ। ਤੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੋਨਾਂ ਦੀ ਮਿਹਨਤ ਔਰ ਤੀਜੇ ਰਲਗੇ ਨਾਲ ਵਿੱਚ ਭਾਈ ਕਾਹਨ ਸਿੰਘ ਨਾਭਾ, ਇੰਨੀਆਂ ਬਾਕਮਾਲ ਤਿੰਨੇ ਸ਼ਖਸੀਅਤਾਂ, ਇਹ ਸ਼ਖਸੀਅਤਾਂ ਹੀ ਨਹੀਂ ਬੜੇ ਡੂੰਘੇ ਭਰੇ ਹੋਏ ਸਮੁੰਦਰ ਸਨ ਇਹ ਤਿੰਨੇ। ਔਰ ਇਹਨਾਂ ਦੇ ਵਿੱਚ ਉਦੋਂ ਇੰਨਾ ਕਿ ਜ਼ਿਆਦਾ ਕਹਿ ਲਓ ਕਿ ਖਿੱਚ ਸੀ ਗੁਰਮਤਿ ਪ੍ਰਤੀ, ਸਿੱਖੀ ਦੇ ਪ੍ਰਤੀ। ਉਹਨਾਂ ਨੇ ਜਦੋਂ ਵੇਖਿਆ ਨਾ, ਜਦੋਂ ਇਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਸਿੱਖੀ ਦਾ, ਗੁਰਮਤਿ ਦਾ, ਸੱਚ ਜਾਣਿਓ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਕਰੀਬਨ 1.5 ਲੱਖ ਸਿੱਖਾਂ ਦੀ ਜਿਹੜੀ ਉਹ ਗਿਣਤੀ ਰਹਿ ਗਈ ਸੀ। ਜਦੋਂ ਉਦੋਂ ਮਰਦਮਸ਼ੁਮਾਰੀ ਹੋਈ, ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ 1.5 ਲੱਖ ਦੀ ਗਿਣਤੀ ਸੀ, ਜਿਹੜੀ ਕਿ 1850 ਤੋਂ ਟੱਪਦਿਆਂ 70-80 ਤੱਕ ਪਹੁੰਚਦਿਆਂ ਸਿਰਫ ਤੇ ਸਿਰਫ 1.5 ਕਰੋੜ ਤੋਂ 18 ਲੱਖ ਰਹਿ ਗਈ ਸੀ। ਅੰਦਾਜ਼ਾ ਲਾਓ ਇਹਨੇ ਗਏ ਕਿਧਰ। ਉਹ ਗਏ ਆਰੀਆ ਸਮਾਜੀਆਂ ਦਾ ਪੰਜਾਬ ਦੀ ਧਰਤੀ ਦੇ ਉੱਪਰ ਪੈਰ ਪਸਰਿਆ। ਆਰੀਆ ਸਮਾਜੀ ਉਹ ਨੇ ਜਿਨ੍ਹਾਂ ਨੇ ਪੂਰੇ ਇੰਡੀਆ ਦੇ ਵਿੱਚ ਆਪਣਾ ਪ੍ਰਚਾਰ ਤਾਂ ਕੀਤਾ, ਪਰ ਲੋਕਾਂ ਦੇ ਵਿੱਚ ਉਦੋਂ ਮੂਰਤੀ ਪੂਜਾ ਦਾ ਪ੍ਰਭਾਵ, ਕਰੇਜ ਬਹੁਤ ਜ਼ਿਆਦਾ ਸੀ। ਪੰਜਾਬ ਦੀ ਧਰਤੀ ਦੇ ਵਿੱਚ ਕਈ ਸੱਜਣ ਇਦਾਂ ਦੇ ਨੇ ਜਿਹੜੇ, ਬਹੁਤ ਹੀ ਜ਼ਿਆਦਾ ਗਿਣਤੀ ਇਦਾਂ ਦੀ ਹੈ ਜਿਹੜੇ ਮੂਰਤੀ ਪੂਜਾ ਨੂੰ ਨਹੀਂ ਮੰਨਦੇ। ਤੇ ਉਹ ਆਰੀਆ ਸਮਾਜੀਆਂ ਨੇ ਇਸ ਗੱਲ ਨੂੰ ਲੈ ਕੇ ਪ੍ਰਚਾਰ ਆਰੰਭ ਕੀਤਾ ਕਿ ਮੂਰਤੀ ਪੂਜਾ ਮਾੜੀ ਹੈ, ਗਲਤ ਗੱਲ ਹੈ। ਇਹਦੇ ਸੁਭਾਅ ਨਾਲ ਆਰੀਆ ਸਮਾਜੀਆਂ ਨੇ ਪੰਜਾਬ ਦੀ ਧਰਤੀ ਦੇ ਉੱਪਰ ਆਪਣੇ ਪੈਰ ਪਸਾਰੇ ਇਹ ਵਿਚਾਰ ਨੂੰ ਲੈ ਕੇ। ਜਦੋਂ ਇਹ ਵਿਚਾਰ ਪੰਜਾਬ ਦੀ ਧਰਤੀ ਦੇ ਉੱਪਰ ਪੈਰ ਇਹਨਾਂ ਨੇ ਪਸਾਰੇ, 1.5 ਕਰੋੜ ਤੋਂ 18 ਲੱਖ ਦੀ ਗਿਣਤੀ ਰਹਿ ਗਈ। ਉਧਰੋਂ ਅੰਗਰੇਜ਼ਾਂ ਦਾ ਰਾਜ ਰਿਹਾ ਔਰ ਅੰਗਰੇਜ਼ਾਂ ਨੇ ਆਪਣੇ ਈਸਾਈ ਪ੍ਰਚਾਰਕਾਂ ਨੂੰ ਪੰਜਾਬ ਦੀ ਧਰਤੀ 'ਚ ਵਾੜਿਆ ਔਰ ਉਹਨਾਂ ਪ੍ਰਚਾਰਕਾਂ ਨੇ ਇੱਥੇ ਗਿਰਜਾ ਘਰ ਖੜੇ ਕੀਤੇ। ਈਸਾਈਆਂ ਨੇ ਆਪਣਾ ਪ੍ਰਚਾਰ ਖੜਾ ਕੀਤਾ ਔਰ ਇੰਨਾ ਕੁ ਜ਼ਿਆਦਾ ਆਲੇ ਦੁਆਲੇ ਲੋਕਾਂ ਦੇ ਵਿੱਚ ਪ੍ਰਚਾਰ ਖੜਾ ਕੀਤਾ ਕਿ ਸ਼ਾਇਦ ਇਸ ਪੰਜਾਬ ਦੀ ਧਰਤੀ ਤੋਂ ਅਸੀਂ ਕੁਝ ਲੋਕਾਂ ਨੂੰ ਈਸਾਈ ਬਣਾ ਲਵਾਂਗੇ। ਪਹਿਲਾਂ ਆਰੀਆ ਸਮਾਜੀਆਂ ਨੇ ਨੁਕਸਾਨ ਪਹੁੰਚਾਇਆ ਸਿੱਖੀ ਦਾ, ਫਿਰ ਉਸ ਤੋਂ ਬਾਅਦ ਈਸਾਈ ਇਧਰਲੇ ਪਾਸੇ ਵਾੜੇ। ਜਦੋਂ ਪਤਾ ਲੱਗਾ ਨਾ ਕਿ 4 ਸਿੱਖਾਂ ਦੇ ਸਰਦਾਰਾਂ ਦੇ ਘਰਾਂ ਦੇ ਮੁੰਡੇ, 4 ਲੜਕੇ ਸਿੱਖ ਮਤ ਛੱਡ ਕੇ ਈਸਾਈ ਪਾਸੇ ਤੁਰਨ ਲੱਗ ਪਏ ਨੇ, ਇੱਧਰ ਦੋਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ। ਉਹ ਸਨ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ। ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ ਕਿ ਅੱਜ ਜੇਕਰ ਇਹ 4 ਨੌਜਵਾਨ ਇਹ ਸਿੱਖ ਧਰਮ ਛੱਡ ਕੇ ਈਸਾਈਆਂ ਵਾਲੇ ਪਾਸੇ ਤੁਰ ਪਏ, ਆਉਣ ਵਾਲਾ ਜੇਕਰ ਇਹ ਕੰਮ ਲਗਾਤਾਰ ਇਦਾਂ ਹੀ ਵਧਦਾ ਤੁਰਿਆ ਗਿਆ ਤੇ ਸ਼ਾਇਦ ਹੋ ਸਕਦਾ ਇਹਨੂੰ ਠੱਲ ਨਾ ਪਾਈ ਜਾ ਸਕੇ। ਇਸ ਕਰਕੇ ਮੌਕਾ ਹੁਣੇ ਆ, ਸੰਭਾਲੋ ਹੁਣੇ ਮੌਕਾ। ਉਹਨਾਂ ਦੋਨਾਂ ਨੇ ਰਲ ਕੇ ਉਹ 4 ਮੁੰਡਿਆਂ ਦੇ ਘਰਾਂ ਤੱਕ ਪਹੁੰਚ ਕੀਤੀ, ਗੱਲਾਂ ਬਾਤਾਂ ਕੀਤੀਆਂ, ਪਰਿਵਾਰਾਂ ਨੂੰ ਸਮਝਾਇਆ, ਗੁਰਮਤਿ ਦੀ ਸੋਝੀ ਬਖਸ਼ੀ ਇਹਨਾਂ ਨੂੰ, ਤੇ ਉਹ ਵਾਪਸ ਫੇਰ ਸਿੱਖੀ ਦੇ ਸਰੂਪ ਵਿੱਚ ਵਾਪਸ ਆਏ। ਉਸ ਤੋਂ ਬਾਅਦ ਫਿਰ ਇਹਨਾਂ ਨੇ ਖੜੀ ਕੀਤੀ ਸਿੰਘ ਸਭਾ ਲਹਿਰ। ਉਸ ਤੋਂ ਬਾਅਦ ਫਿਰ ਇਹਨਾਂ ਨੇ ਖੜਾ ਕੀਤਾ ਖਾਲਸਾ ਅਖਬਾਰ, ਫਿਰ ਨਾਲ ਖੜਾ ਕੀਤੀ ਸਿੰਘ ਸਭਾ ਪੱਤਰਿਕਾ। ਔਰ ਉਹਨਾਂ ਦੇ ਵਿੱਚ ਲੇਖ ਏਡੇ ਬਾਕਮਾਲ ਲਿਖਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਵਹਿਮ ਸੀ, ਭਰਮ ਸੀ, ਸਭ ਇਹਨਾਂ ਨੇ ਵੱਢ ਕੇ ਸਾਫ਼ ਸਫਾਇਆ ਕੀਤਾ। ਸਮਾਂ ਕਿਤੇ ਹੁਣ ਹੈ ਨਹੀਂ। ਉਹਨਾਂ ਦੀ ਕਿਤੇ ਉਹਨਾਂ ਦੇ ਲਿਖੀਆਂ ਹੋਈਆਂ ਰਚਨਾਵਾਂ ਦੇ ਵਿੱਚੋਂ ਕਿਤੇ ਕੁਝ ਆਪ ਦੇ ਸਨਮੁਖ ਰੱਖਣ ਤੇ ਆਪ ਜੀ ਨੇ ਹੱਸਣਾ ਵੀ ਹੈ ਤੇ ਔਰ ਬੜਾ ਕੁਝ ਵਿੱਚੋਂ ਸਿੱਖਣ ਨੂੰ ਵੀ ਮਿਲੇਗਾ। ਖੈਰ, ਉਹਨਾਂ ਨੇ ਇਹ ਸਾਰਾ ਕੁਝ ਖੜਾ ਕੀਤਾ। ਜਦੋਂ ਇਹਨਾਂ ਦੇ ਨਾਲ ਇਹ ਸਾਰਾ ਕੁਝ ਇਹਨਾਂ ਨੇ ਕੀਤਾ, ਲੋਕਾਂ ਤੱਕ ਇਹ ਚਿੱਠੀਆਂ ਪਹੁੰਚੀਆਂ, ਅਖਬਾਰਾਂ ਪਹੁੰਚੀਆਂ, ਪੱਤਰਕਾਵਾਂ ਪਹੁੰਚੀਆਂ, ਰਸਾਲੇ ਖੜੇ ਕੀਤੇ। ਲੋਕਾਂ ਦੂਰ ਦੂਰ ਤੱਕ ਇਹਨਾਂ ਨੇ ਜਿਹੜੇ ਚੰਗੇ ਸੂਝਵਾਨ ਸੱਜਣ ਸਨ ਉਹਨਾਂ ਤੱਕ ਸੰਪਰਕ ਬਣਾ ਕੇ ਆਪਣੀਆਂ ਇਹ ਲਿਖਤਾਂ, ਚਿੱਠੀਆਂ ਨੂੰ ਘਰਾਂ ਘਰਾਂ ਤੱਕ ਪਹੁੰਚਾਇਆ ਕਿ ਲੋਕਾਂ ਨੂੰ ਇਸ ਗੱਲ ਦਾ ਗਿਆਤ ਹੋ ਜਾਵੇ ਕਿ ਸਿੱਖੀ ਕਿੱਡੀ ਅਨਮੋਲ ਹੈ, ਸਿੱਖੀ ਕਿੱਡੀ ਬਾਕਮਾਲ ਹੈ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ। ਔਰ ਇਹ ਦੋਨੇ ਜਾਣੇ ਤਾਂ ਰਲ ਗਏ, ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ। ਵਕਤ ਇਦਾਂ ਦਾ ਵੀ ਆ ਗਿਆ, ਇੱਕ ਦਿਨ ਦਰਬਾਰ ਸਾਹਿਬ ਦੇ ਉੱਪਰ ਕਬਜ਼ਾ ਸੀ ਮਹੰਤਾਂ ਦਾ, ਨਿਰਮਲਿਆਂ ਦਾ, ਉਦਾਸੀਆਂ ਦਾ। ਜਿਹੜਾ ਕੋਈ ਗਿਆਨ ਰੱਖਣ ਵਾਲਾ, ਸਿੱਖੀ ਸਰੂਪ ਵਾਲਾ ਕੋਈ ਗੁਰਸਿੱਖ ਸੀ, ਉਹਨੂੰ ਤਾਂ ਛੇਤੀ ਕਿਤੇ ਦਰਬਾਰ 'ਚ ਵੜਨ ਨਹੀਂ ਦਿੰਦੇ, ਦਰਬਾਰ ਸਾਹਿਬ 'ਚ। ਕਿਉਂਕਿ ਇਹ ਪ੍ਰਭਾਵ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੇਲੇ ਵੀ ਰਿਹਾ ਹੈ, ਜਦੋਂ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਪਰ ਕਬਜ਼ਾ ਕੀਤਾ ਸੀ ਪ੍ਰਿਥੀ ਚੰਦੀਆਂ ਦੇ ਚੇਲਿਆਂ ਨੇ।
ਦਰਬਾਰ ਸਾਹਿਬ ਦੇ ਉੱਪਰ ਵੀ ਕਬਜ਼ਾ ਕੀਤਾ ਸੀ। ਇਦੋਂ ਹੁਣ ਨਿਰਮਲਿਆਂ ਨੇ ਕਰ ਲਿਆ। ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਹੋਣਾ ਨੂੰ ਜਦੋਂ ਪਤਾ ਲੱਗਾ ਨਾ ਕਿ ਨਿਰਮਲਿਆਂ ਦਾ ਤੇ ਕਬਜ਼ਾ ਹੈਗਾ ਹੀ ਹੈਗਾ ਹੈ, ਹੁਣ ਹੱਦੋਂ ਵੱਧ ਕੇ ਉਹਨਾਂ ਨੇ ਨੁਕਸਾਨ ਇਹ ਕਰਨਾ ਸ਼ੁਰੂ ਕੀਤਾ ਕਿ ਦਰਬਾਰ ਸਾਹਿਬ ਦਾ ਜਿਹੜਾ ਮੇਨ ਗੇਟ ਆ, ਦਰਸ਼ਨੀ ਡਿਉੜੀ ਜਿਹੜੀ ਮੇਨ ਜਿੱਥੋਂ ਆਪਾਂ ਅੰਦਰ ਐਂਟਰ ਹੁੰਨੇ ਆ, ਉਹ ਜਗ੍ਹਾ ਮੇਨ ਗੇਟ ਔਰ ਦਰਬਾਰ ਸਾਹਿਬ ਦੀ ਪੂਰੀ ਅੰਮ੍ਰਿਤਸਰ ਦੇ ਜਿਹੜੇ ਦਰਬਾਰ ਸਾਹਿਬ ਦੀ ਆਲੇ ਦੁਆਲੇ ਜਿਹੜੀ ਪਰਿਕਰਮਾ ਹੈ, ਉਸ ਪਰਿਕਰਮਾ ਦੇ ਵਿੱਚ ਇਹਨਾਂ ਨਿਰਮਲਿਆਂ ਨੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਖੜੀਆਂ ਕਰਕੇ ਰੱਖ ਦਿੱਤੀਆਂ। ਦੇਵੀ ਦੇਵਤੇ ਅਤੇ ਗੁਰਸਿੱਖ ਗੁਰਮਤ ਇਹ ਮੇਲ ਨਹੀਂ ਹੁੰਦੇ ਕਦੇ। ਗੁਰਬਾਣੀ ਅਤੇ ਦੇਵੀ ਦੇਵਤਿਆਂ ਦਾ ਕੋਈ ਸੰਬੰਧ ਨਹੀਂ ਹੈਗਾ। ਜਾਂ ਇੱਕ ਪਾਸੇ ਹੋ ਜੋ ਗੁਰਬਾਣੀ ਵਾਲੇ ਪਾਸੇ, ਜਾਂ ਇੱਕ ਪਾਸੇ ਹੋ ਜੋ ਦੇਵੀ ਦੇਵਤਿਆਂ ਵਾਲੇ ਪਾਸੇ। ਪਰ ਉਹਨਾਂ ਨਿਰਮਲਿਆਂ ਨੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਉਹਨਾਂ ਨੇ ਮੂਰਤੀਆਂ ਖੜੀਆਂ ਕਰ ਦਿੱਤੀਆਂ। ਇੱਕ ਦੋ ਨਹੀਂ, ਹਜ਼ਾਰਾਂ ਮੂਰਤੀਆਂ ਖੜੀਆਂ ਕਰ ਦਿੱਤੀਆਂ। ਜਦੋਂ ਬਹੁਤ ਜ਼ਿਆਦੀਆਂ ਮੂਰਤੀਆਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਖੜੀਆਂ ਕੀਤੀਆਂ, ਭਾਈ ਕਾਹਨ ਸਿੰਘ ਨਾਭਾ ਨੇ, ਪ੍ਰੋਫੈਸਰ ਗੁਰਮੁਖ ਸਿੰਘ ਨੇ, ਗਿਆਨੀ ਦਿੱਤ ਸਿੰਘ ਵਰਗਿਆਂ ਨੇ, ਤਿੰਨਾਂ ਨੇ ਰਲ ਕੇ ਫਿਰ ਅੰਮ੍ਰਿਤਸਰ ਦੇ ਜਿਹੜੇ ਡੀਸੀ ਨੇ ਉਹਨਾਂ ਤੱਕ ਪਹੁੰਚ ਕੀਤੀ। ਉਹਨਾਂ ਨੂੰ ਜਾ ਕੇ ਦੱਸਿਆ, ਸਮਝਾਇਆ। ਉਹਨਾਂ ਦੀ ਜਿਹੜੀ ਕਮਾਂਡ ਹੇਠਾਂ ਦਰਬਾਰ ਸਾਹਿਬ ਦੇ ਵਿੱਚੋਂ ਮੂਰਤੀਆਂ ਚੁਕਵਾ ਦਿੱਤੀਆਂ ਕਿ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਦਾ ਕੋਈ ਲੈਣ ਦੇਣ ਨਹੀਂ ਹੈਗਾ। ਸੋ ਇਸ ਕਰਕੇ ਕਈ ਜਿਹੜੀਆਂ ਵਿਚਾਰਾਂ ਨੇ ਗਿਆਨੀ ਦਿੱਤ ਸਿੰਘ ਦੇ ਜੀਵਨ ਦੇ ਵਿੱਚ, ਉਹ ਨੀਵੀਂ ਜਾਤੀ ਪਛੜੀ ਜਾਤੀ ਵਾਲੇ ਸਨ। ਇੱਕ ਵਾਰ ਐਸਾ ਵੀ ਹੋਇਆ, ਕਹਿੰਦੇ ਇੱਕ ਸਮਾਗਮ ਦੇ ਵਿੱਚ ਉਹ ਕਿਤੇ ਕਥਾ ਕਰਨ ਗਏ ਗਿਆਨੀ ਦਿੱਤ ਸਿੰਘ। ਕਥਾ ਕਰਦਿਆਂ ਜਦੋਂ ਉਹਨਾਂ ਨੇ ਕਥਾ ਕੀਤੀ, ਆਰੰਭ ਕੀਤੀ, ਕੁਝ ਲੋਕਾਂ ਨੇ ਇਹ ਗੱਲ ਆਖੀ ਕਿ ਇਹ ਗਿਆਨੀ ਦਿੱਤ ਸਿੰਘ ਹੈ ਨਾ ਜਿਹੜਾ, ਇਹ ਨੀਵੀਂ ਜਾਤੀ ਦਾ ਨਾਲ ਸੰਬੰਧ ਰੱਖਣ ਵਾਲਾ ਹੈ, ਇਹ ਰਵਿਦਾਸੀਆ ਹੈ, ਇਹ ਚਮਾਰ ਜਾਤੀ ਨਾਲ ਸੰਬੰਧ ਰੱਖਦਾ ਹੈ। ਨੀਵੀਂ ਜਾਤੀ ਵਾਲਾ ਕਹਿ ਕੇ ਉਸ ਗਿਆਨੀ ਦਿੱਤ ਸਿੰਘ ਨੂੰ ਭੰਡਦੇ ਰਹੇ, ਉਹਨਾਂ ਦਾ ਇਨਸਲਟ ਕਰਦੇ ਰਹੇ, ਨਿਰਾਦਰ ਕਰਦੇ ਰਹੇ। ਹੋਇਆ ਕੀ ਕਿ ਉਹਨਾਂ ਨੂੰ ਸਟੇਜ ਤੇ ਨਾ ਬਹਿਣ ਦਿੱਤਾ। ਕਹਿੰਦੇ ਜੇ ਤੂੰ ਕੋਈ ਗੱਲ ਕਰਨੀ ਹੈ ਥੱਲੇ ਖੜ ਕੇ ਗੱਲ ਕਰ ਲੈ ਜਿਹੜੀ ਕਰਨੀ। ਔਰ ਸਮਾਪਤੀ ਤੋਂ ਬਾਅਦ ਉਹ ਸੰਗਤ ਦੇ ਵਿੱਚ ਨਹੀਂ ਬਹਿ ਸਕਦਾ, ਬਾਹਰ ਜੋੜਿਆਂ ਦੇ ਵਿੱਚ ਬਹਿ ਸਕਦਾ। ਤੈਨੂੰ ਸੰਗਤ ਦੇ ਵਿੱਚ ਬਹਿਣ ਦਾ ਕੋਈ ਹੱਕ ਨਹੀਂ। ਇਦਾਂ ਦਾ ਵੀ ਮਾਹੌਲ ਉਹਨਾਂ ਨੇ ਵੇਖਿਆ। ਹੋਇਆ ਕਿ ਉਸ ਤੋਂ ਬਾਅਦ ਕਿ ਇਹਨਾਂ ਨੂੰ ਬਾਹਰ ਜੋੜਾ ਘਰ ਦੇ ਵਿੱਚ ਬਿਠਾ ਕੇ ਇਹਨਾਂ ਨੂੰ ਪ੍ਰਸ਼ਾਦ ਦਿੱਤਾ ਗਿਆ। ਜੋੜਿਆਂ ਦੇ ਵਿੱਚ ਬਿਠਾ ਕੇ ਇਹਨੂੰ ਪ੍ਰਸ਼ਾਦ ਦਿੱਤਾ ਗਿਆ। ਇਦਾਂ ਦਾ ਵੀ ਮਾਹੌਲ ਗਿਆਨੀ ਦਿੱਤ ਸਿੰਘ ਦੀ ਜੀਵਨ ਦੇ ਵਿੱਚ ਵਾਪਰਿਆ ਸੀ। ਔਰ ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੂੰ ਜਦੋਂ ਉਹਨਾਂ ਨੇ ਇਹ ਮੂਰਤੀਆਂ ਚੁਕਵਾਈਆਂ, ਜਦੋਂ ਉਹਨਾਂ ਨੇ ਗੁਰਮਤ ਦੀ ਅਸਲੀਅਤ ਸਾਹਮਣੇ ਲਿਆ ਕੇ ਰੱਖੀ, ਮਹੰਤਾਂ ਦੀ ਅਸਲੀਅਤ ਸਾਹਮਣੇ ਕੱਢ ਕੇ ਰੱਖੀ, ਫਿਰ ਅਕਾਲ ਤਖਤ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ। ਜਿਹੜਾ ਹੁਕਮਨਾਮੇ ਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ ਅੱਜ ਤੋਂ ਬਾਅਦ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਸਿੱਖ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇਗਾ। ਭਾਵ ਇਹਦਾ ਹੁਣ ਸਿੱਖੀ ਨਾਲ ਕੋਈ ਲੈਣ ਦੇਣ ਨਹੀਂ ਹੈ। ਜਿਹੜਾ ਇਹਦੇ ਨਾਲ ਸੰਬੰਧ ਰੱਖੇਗਾ ਉਹ ਆਪਣਾ ਜ਼ਿੰਮੇਵਾਰ ਆਪ ਹੋਵੇਗਾ। ਹੁਣ ਛੇਕ ਦਿੱਤਾ ਗਿਆ। ਪਰ ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਛੇਕਿਆ ਨਾ, ਫਿਰ ਹੁਣ ਸਿੱਧਾ ਹੋ ਗਿਆ। ਫਿਰ ਉਦੋਂ ਪਹਿਲਾਂ ਤਾਂ ਕੁਝ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਗੱਲਬਾਤ ਕਰਦੇ ਰਹੇ, ਕੁਝ ਸੀਮਤ ਦਾਇਰੇ ਦੇ ਵਿੱਚ। ਬਾਅਦ ਵਿੱਚ ਉਹਨਾਂ ਨੇ ਕੁਝ ਨਹੀਂ ਵੇਖਿਆ। ਉਹਨਾਂ ਨੇ ਮਹੰਤਾਂ ਦੀਆਂ ਦਰਬਾਰ ਸਾਹਿਬ ਤੇ ਕਾਬਜ ਜਿੰਨੇ ਪੁਜਾਰੀ ਨੇ, ਜਿੰਨੇ ਮਹੰਤ ਨੇ, ਜਿੰਨੇ ਇਹ ਉਦਾਸੀਏ ਨੇ, ਜਿੰਨੇ ਨਿਰਮਲੀਏ ਨੇ, ਔਰ ਜਿੰਨੇ ਦਰਬਾਰ ਸਾਹਿਬ ਦੇ ਉੱਪਰ ਕਬਜ਼ਾ ਕਰਨ ਵਾਲੇ ਨੇ, ਅੰਗਰੇਜ਼ਾਂ ਨਾਲ ਗੱਠਜੋੜ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਸਾਰਿਆਂ ਦੇ ਕੱਲੇ ਦੇ ਪੋਤੜੇ ਫੋਲ ਕੇ ਰੱਖ ਦਿੱਤੇ ਪ੍ਰੋਫੈਸਰ ਗੁਰਮੁਖ ਸਿੰਘ ਨੇ। ਕੱਲੇ ਨੂੰ ਨੰਗਿਆਂ ਕਰਕੇ ਰੱਖ ਦਿੱਤਾ ਲੋਕਾਂ ਦੇ ਸਾਹਮਣੇ ਕਿ ਜਦੋਂ ਪਤਾ ਲੱਗਾ ਨਾ ਕਿ ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੇ ਆਹ ਲੇਖ ਲਿਖਿਆ, ਲੋਕੀ ਖੁਸ਼ ਹੋ ਕੇ ਉਹਨਾਂ ਦੇ ਲੇਖ ਪੜ੍ਹਨੇ ਸ਼ੁਰੂ ਕਰਨ ਲੱਗ ਪਏ। ਇੰਨਾ ਕਿ ਜ਼ਿਆਦਾ ਕਰੇਜ ਪ੍ਰੋਫੈਸਰ ਗੁਰਮੁਖ ਸਿੰਘ ਦਾ ਲੋਕਾਂ ਦੇ ਵਿੱਚ ਬਣ ਗਿਆ। ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹਨੂੰ ਲੋਕੀ ਭੁੱਲ ਗਏ। ਔਰ ਜਿਹੜੇ ਪ੍ਰੋਫੈਸਰ ਗੁਰਮੁਖ ਸਿੰਘ ਵਰਗਿਆਂ ਨੇ ਜਿਹੜੇ ਲੇਖ ਲਿਖੇ, ਉਹਨਾਂ ਨੂੰ ਲੋਕਾਂ ਨੇ ਬੜੀ ਸਿਫਤ ਦੇ ਨਾਲ, ਬੜੀ ਖੁਸ਼ੀ ਦੇ ਨਾਲ ਉਹਨਾਂ ਨੂੰ ਪੜ੍ਹਿਆ, ਸਮਝਿਆ ਔਰ ਲਾਹਣਤਾਂ ਵੀ ਪਾਈਆਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਛੇਕਿਆ ਹੋਇਆ ਸੀ। ਅਜੇ ਤੱਕ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਛੇਕਿਆ। ਹੁਣ ਕਹਿ ਰਹੇ ਨੇ ਆ ਕੇ ਅਕਾਲ ਤਖਤ ਸਾਹਿਬ ਵਾਲੇ, ਹੁਣ ਕਹਿੰਦੇ ਅਸੀਂ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਵਾਪਸ ਪੰਥ ਵਿੱਚ ਲੈਣੇ ਆ। ਤੇ ਹੁਣ ਜਿਨ੍ਹਾਂ ਨੂੰ ਹੁਣ ਛੇਕਿਆ ਹੈ, ਜਿਹੜੇ ਜਿਉਂਦੇ ਨੇ, ਉਹਨਾਂ ਨੂੰ ਵਾਪਸ ਲੈ ਲੈਣ, ਪਰ ਹੁਣ ਨਹੀਂ ਕਰ ਸਕਦੇ। ਸੋ ਇਸ ਕਰਕੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਰਲ ਕੇ ਇਹਨਾਂ ਨੇ
ਔਰ ਗਿਆਨੀ ਦਿੱਤ ਸਿੰਘ ਵਰਗਿਆਂ ਨੇ ਰਲ ਕੇ ਇਸ ਸੰਸਾਰ ਦੇ ਵਿੱਚ ਬਹੁਤ ਕੁਝ ਇਦਾਂ ਦਾ ਨਵਾਂ ਨਵੇਕਲਾ ਕੀਤਾ ਹੈ। ਫਿਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਕਿਤੇ ਆਪ ਜੀ ਨੂੰ ਮੌਕਾ ਮਿਲੇ, ਗਿਆਨੀ ਦਿੱਤ ਸਿੰਘ ਅਤੇ ਸਵਾਮੀ ਦਇਆਨੰਦ ਨਾਲ ਮੇਰਾ ਸੰਵਾਦ, ਇਹ ਕਿਤਾਬ ਦਾ ਨਾਮ ਹੈ, ਜ਼ਰੂਰ ਪੜ੍ਹਿਓ। ਕਿਤੇ ਗਿਆਨੀ ਦਿੱਤ ਸਿੰਘ ਦੀ ਕੋਈ ਕਿਤਾਬ ਮਿਲ ਜਾਵੇ। ਵੈਸੇ ਤਾਂ ਕਿਤਾਬਾਂ ਬਹੁਤ ਨੇ, ਦੁਰਗਾ ਪ੍ਰਬੋਧ ਹੈਗੀ ਹੈ, ਔਰ ਬੜੇ ਇਦਾਂ ਦੇ ਨੇ ਜਿਹੜੀ ਇਹਨਾਂ ਦੇ ਨਾਲ ਸੰਬੰਧ ਰੱਖਣ ਵਾਲੀਆਂ ਨੇ ਕਿਤਾਬਾਂ, ਪੜ੍ਹਿਆ ਬਾ ਕਮਾਲ ਨੇ। ਕਿਤੇ ਵਕਤ ਮਿਲਿਆ ਉਹਨਾਂ ਦਾ ਵੀ ਅੱਗੇ ਜ਼ਰੂਰ ਜ਼ਿਕਰ ਕੀਤਾ ਜਾਵੇਗਾ। ਸੋ ਅੱਜ ਦੀ ਇਤਨੀ ਬੇਨਤੀ ਪ੍ਰਵਾਨ ਕਰਨੀ ਕਿ ਪ੍ਰੋਫੈਸਰ ਗੁਰਮੁਖ ਸਿੰਘ ਦੇ ਨਾਲ ਜਿਹੜੇ ਸਾਥੀ ਰਹੇ ਗਿਆਨੀ ਦਿੱਤ ਸਿੰਘ, ਜਿਨ੍ਹਾਂ ਦਾ ਜਨਮ ਅੱਜ 21 ਅਪ੍ਰੈਲ 1950 ਨੂੰ ਹੋਇਆ, ਔਰ ਉਹਨਾਂ ਦੀ ਜਿਹੜੀ ਮ੍ਰਿਤਿੂ ਅਕਾਲ ਚਲਾਣਾ ਕੀਤੇ ਗਏ ਉਹ 6 ਸਤੰਬਰ 1901 ਦੇ ਵਿੱਚ ਉਹਨਾਂ ਦਾ ਅਕਾਲ ਚਲਾਣਾ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਔਰ ਸਾਨੂੰ ਐਸੀਆਂ ਮਹਾਨ ਸ਼ਖਸੀਅਤਾਂ ਨੂੰ ਯਾਦ ਰੱਖਣ ਦੀ ਲੋੜ ਹੈ। ਦਇਆਨੰਦ ਨੂੰ ਤਾਂ ਸਾਰੇ ਯਾਦ ਰੱਖ ਰਹੇ ਨੇ, ਪਰ ਗਿਆਨੀ ਦਿੱਤ ਸਿੰਘ ਨੂੰ ਸ਼ਾਇਦ ਅੱਜ ਕੱਲ੍ਹ ਦੇ ਆਪਣੇ ਬੱਚਿਆਂ ਨੂੰ ਵੈਸੇ ਹੀ ਨਾਮ ਨਾ ਪਤਾ ਹੋਵੇ। ਸੋ ਇਸ ਕਰਕੇ ਯਾਦ ਰੱਖਣ ਯੋਗ ਨੇ ਇਹ ਸ਼ਖਸੀਅਤਾਂ। ਇਤਨੀ ਬੇਨਤੀ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਖਿਮਾ ਆਪ ਸਰਬੱਤ ਸੰਗਤਾਂ ਦਾ ਕੋਟਨ ਕੋਟ ਧੰਨਵਾਦ। ਅਸੀਸ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।